ਹੁਣ ਕੀ ਹੋਇਆ ਕਿ ਲੋਕਾਂ ਦੇ ਵਿੱਚ ਇਕੱਲ ਦੀ ਪ੍ਰੋਬਲਮ ਹੋ ਗਈ ਹੈ, ਲੋਨਲੀਨੈਸ ਵੱਧ ਰਹੀ ਹੈ। ਔਰ ਜਿਹੜੇ ਇਕੱਲੇ ਰਹਿੰਦੇ ਲੋਕ ਨੇ ਇਹ ਕੋਈ ਸਮਾਜਿਕ ਜਾਂ ਮਨੋਵਿਗਿਆਨਕ ਸਮੱਸਿਆ ਨਹੀਂ ਰਹੀ, ਸਗੋਂ ਇੱਕ ਮੈਡੀਕਲ ਸਮੱਸਿਆ ਬਣ ਰਹੀ ਹੈ। ਡਾਕਟਰ ਸਾਹਿਬ, ਇਕੱਲਤਾ ਜਿਹੜੀ ਆ ਲੋਨਲੀਨੈਸ, ਇਹ ਮੈਡੀਕਲ ਸਮੱਸਿਆ ਜਾਂ ਕਿ ਮੈਂ ਤੈਨੂੰ ਸਮਾਜਿਕ ਸਮੱਸਿਆ ਸਮਝਦਾ ਸੀ? ਨਹੀਂ, ਮੈਡੀਕਲ, ਵਾਕਈ ਮੈਡੀਕਲ ਸਮੱਸਿਆ, ਕਿਉਂਕਿ ਇਹਦੇ ਨਾਲ ਤੁਹਾਡਾ ਸਰੀਰ ਵੀ ਖਰਾਬ ਹੋਣਾ ਤੇ ਤੁਹਾਡਾ ਮਨ ਵੀ ਖਰਾਬ ਹੋਣਾ ਤੇ ਉਹਨੂੰ ਅੰਦਰੋਂ ਹੀ ਸਿਗਨਲ ਮਿਲਦਾ ਵੀ ਮੈਨੂੰ ਕਿਸੇ ਦੇ ਨਾਲ ਮਿਲਣਾ ਜੁਲਣਾ। ਉਹ ਟੈਕਨੋਲੋਜੀ ਉਹਨੂੰ ਬ੍ਰੇਕ ਕਰ ਰਹੀ ਹੈ, ਉਹਨੂੰ ਮਿਲਣ ਜੁਲਣ ਨਹੀਂ ਦੇ ਰਹੀ। ਮਨੁੱਖ ਦੀ ਮਨੁੱਖ ਨਾਲ ਸਾਂਝ ਘੱਟ ਗਈ, ਉਹਦੇ ਨਾਲ ਬੈਠਣਾ ਉੱਠਣਾ ਘੱਟ ਗਿਆ। ਡਾਕਟਰ ਸਾਹਿਬ, ਇਹ ਜਿਹੜੀ ਮੈਡੀਕਲ ਜਾਂ ਪਬਲਿਕ ਹੈਲਥ ਦਾ ਇਸ਼ੂ ਬਣਿਆ, ਲੋਨਲੀਨੈਸ, ਇਕੱਲਪਣਾ, ਉਹ ਇਹ 3 ਬਿਮਾਰੀਆਂ ਕਰਕੇ ਹੈ ਵੀ ਹਾਰਟ ਦੀ ਪ੍ਰੋਬਲਮ ਹੋ ਜਾਣੀ ਹੈ, ਤੁਹਾਡੇ ਹਾਰਟ ਦੀ ਪ੍ਰੋਬਲਮ ਹੋ ਜਾਣੀ ਹੈ, ਸਟ੍ਰੋਕ ਹੋ ਜਾਣਾ, ਡਿਮੈਂਸ਼ੀਆ, ਸਾਰੇ ਚਾਂਸਸ ਵੱਧ ਜਾਣੇ ਆ। ਇਹ ਤੇ ਹੈਗੇ ਸਰੀਰਕ ਟ੍ਰੇਨਿੰਗ ਨਹੀਂ ਹੈਗੀ, ਨਾਲੇ ਇੱਕ ਰੋਜ਼ਾਨ 'ਚ ਵੀ ਨਹੀਂ ਹੈਗਾ। ਅਸੀਂ ਇਹ ਸੋਚਦੇ ਹਾਂ ਵੀ ਇਨਸਾਨ ਆਪੇ ਹੀ ਦੱਸੂਗਾ ਵੀ ਮੈਂ ਲੋਨਲੀ ਹੈਗਾ ਕਿ ਨਹੀਂ ਹੈਗਾ, ਹੈ ਨਾ। ਜਿਹੜੀਆਂ ਇਹ ਬਿਮਾਰੀਆਂ ਨੇ, ਇਹ ਬੜੀਆਂ ਜਾਨਲੇਵਾ ਬਿਮਾਰੀਆਂ ਜਿਹੜੀਆਂ ਤੁਸੀਂ ਦੱਸੀਆਂ, ਲੋਨਲੀਨੈਸ 'ਚੋਂ ਪੈਦਾ ਹੋਣ ਵਾਲੀਆਂ। ਹਾਰਟ ਦੀਆਂ ਇੰਨੀਆਂ ਬਿਮਾਰੀਆਂ, ਦਿਲ ਬੰਦ ਹੋਇਆ ਤੇ ਬੰਦਾ ਮਰਿਆ ਜੀ, ਜਾਂ ਜੇ ਨਹੀਂ ਵੀ ਮਰਦਾ ਤਾਂ ਉਹ ਦੁੱਖ ਭੋਗਦਾ ਰਹਿੰਦਾ, ਉਹਦੀ ਪ੍ਰੋਡਕਟਿਵਿਟੀ ਘਟ ਜਾਂਦੀ ਆ ਔਰ ਉਹ ਬੰਦੇ ਦੀ ਜ਼ਿੰਦਗੀ ਹੈ ਜਿਹੜੀ ਉਹ ਬੜੀ ਬੇਰਸ ਹੋ ਜਾਂਦੀ ਹੈ। ਜਿਹੜਾ ਤੁਸੀਂ ਡਿਮੈਂਸ਼ੀਆ ਜਾਂ ਅਲਜ਼ਾਈਮਰ ਦੀ ਗੱਲ ਕਰਦੇ ਹੋ, ਉਹਦੇ ਨਾਲ ਤਾਂ ਬਿਲਕੁਲ ਹੀ ਗੜਬੜ ਜ਼ਿਆਦਾ ਹੋ ਜਾਂਦੀ ਹੈ। ਬੰਦਾ ਮਰਦਾ ਵੀ ਨਹੀਂ, ਜਿਉਂਦੇ ਵੀ ਰਹਿੰਦੇ ਨੇ। ਤੇ ਜਿਹੜੀ ਤੀਸਰੀ ਤੁਸੀਂ ਇੱਕ ਹੋਰ ਦੱਸੀ ਹੈ, ਸਟ੍ਰੋਕ, ਹਾਂਜੀ, ਉਹ ਫਿਰ ਅਧਰੰਗ ਹੋ ਗਿਆ, ਫਿਰ ਤੁਹਾਡਾ ਤੁਰਨਾ ਫਿਰਨਾ, ਟੱਟੀ ਪਿਸ਼ਾਬ ਦਾ, ਸਪੀਚ ਦਾ, ਮੈਮਰੀ ਦਾ ਸਾਰਾ ਅਸਰ ਹੋ ਗਿਆ। ਕਈ ਤਾਂ ਡਾਕਟਰ ਵੀ ਇਹ ਕਹਿੰਦੇ ਅਧਰੰਗ ਨੂੰ ਤਾਂ ਮਰ ਜਾਣਾ ਠੀਕ ਹੈ। The Harjinder Thin Show. ਹੈਲਥ ਇਜ਼ ਵੈਲਥ ਸੈਗਮੈਂਟ ਦੇ ਵਿੱਚ ਅੱਜ ਬੜੀਆਂ ਮਹੱਤਵਪੂਰਨ ਗੱਲਾਂ ਹੋਣ ਜਾ ਰਹੀਆਂ ਨੇ ਔਰ ਡਾਕਟਰ ਪ੍ਰਗਟ ਸਿੰਘ ਪੁਰਜੀ ਜੀ ਸਾਡੇ ਬ੍ਰਿਟਿਸ਼ ਕੋਲੰਬੀਆ ਦੇ ਉੱਘੇ ਡਾਕਟਰ ਹਨ। ਉਹ ਸਾਨੂੰ ਕਈ ਜ਼ਿੰਦਗੀ ਨਾਲ ਸੰਬੰਧਿਤ ਵਧੀਆ ਗੱਲਾਂ ਹਮੇਸ਼ਾ ਹੀ ਦੱਸ ਕੇ ਜਾਂਦੇ ਨੇ, ਲੇਕਿਨ ਅੱਜ ਇੱਕ ਵੱਖਰੀ ਕਿਸਮ ਦੀ ਗੱਲਬਾਤ ਹੋਣ ਜਾ ਰਹੀ ਹੈ। ਜਦੋਂ ਵੈਂਕੂਵਰ ਦੇ ਵਿੱਚ ਹੀਟ ਵੇਵ ਦੇ ਵਿੱਚ ਗਰਮੀ ਨਾਲ 600 ਵਿਅਕਤੀ ਮਾਰੇ ਗਏ ਤਾਂ ਜਿਸ ਇਕੁਇਪਮੈਂਟ ਨੂੰ ਸਮਝਿਆ ਜਾਂਦਾ ਸੀ ਕਿ ਇਹ ਐਸ਼ੋ ਇਸ਼ਰਤ ਦਾ ਸਮਾਨ ਹੈ, ਏਅਰ ਕੰਡੀਸ਼ਨ ਜਿਹੜਾ ਲਗਜ਼ਰੀ ਹੈ, ਤਾਂ ਇਸ ਨੂੰ ਮੈਡੀਕਲ ਇਕੁਇਪਮੈਂਟ ਦੇ ਤੌਰ 'ਤੇ ਦਰਜਾ ਦਿੱਤਾ ਗਿਆ ਕਿ ਏਅਰ ਕੰਡੀਸ਼ਨ ਦੀ ਹੁਣ ਜ਼ਰੂਰਤ ਇਸ ਲਈ ਹੈ, ਇਹ ਜਾਨਾਂ ਬਚਾਉਂਦਾ ਹੈ, ਇਹ ਮੈਡੀਕਲ ਇਕੁਇਪਮੈਂਟ ਆ। ਹੁਣ ਕੀ ਹੋਇਆ ਕਿ ਲੋਕਾਂ ਦੇ ਵਿੱਚ ਇਕੱਲ ਦੀ ਪ੍ਰੋਬਲਮ ਹੋ ਗਈ ਹੈ, ਲੋਨਲੀਨੈਸ ਵੱਧ ਰਹੀ ਹੈ। ਔਰ ਜਿਹੜੇ ਇਕੱਲੇ ਰਹਿੰਦੇ ਲੋਕ ਨੇ ਇਹ ਕੋਈ ਸਮਾਜਿਕ ਜਾਂ ਮਨੋਵਿਗਿਆਨਕ ਸਮੱਸਿਆ ਨਹੀਂ ਰਹੀ, ਸਗੋਂ ਇੱਕ ਮੈਡੀਕਲ ਸਮੱਸਿਆ ਬਣ ਰਹੀ ਹੈ, ਕਿਉਂਕਿ ਇਕੱਲੇ ਰਹਿਣ ਵਾਲੇ ਲੋਕਾਂ ਨੂੰ ਬਹੁਤ ਬਿਮਾਰੀਆਂ ਇਹੋ ਜਿਹੀਆਂ ਲੱਗ ਰਹੀਆਂ ਨੇ ਜਿਹਦੇ ਲਈ ਸਾਡਾ ਪਬਲਿਕ ਹੈਲਥ ਅਤੇ ਸਾਡੇ ਡਾਕਟਰਸ ਨੇ ਜਿਹੜੇ ਉਹ ਇਲਾਜ ਕਰਦੇ ਨੇ ਔਰ ਕਹਿੰਦੇ ਕਿ ਬਿਮਾਰੀਆਂ ਪੈਦਾ ਹੀ ਤਾਂ ਹੁੰਦੀਆਂ ਨੇ, ਲੱਗਦੀਆਂ ਹੀ ਤਾਂ ਨੇ ਕਿਉਂਕਿ ਇਕੱਲਤਾ ਹੈ। ਸੋ ਇਸ ਕਰਕੇ ਉਹਦੀ ਰੂਟ ਨੂੰ ਖ਼ਤਮ ਕਰਨਾ ਚਾਹੀਦਾ। ਅੱਜ ਡਾਕਟਰ ਸਾਹਿਬ ਸਾਨੂੰ ਦੱਸਣਗੇ ਕਿ ਵਾਕਿਆ ਹੀ ਇਕੱਲਤਾ ਨਾਲ, ਲੋਨਲੀਨੈਸ ਨਾਲ ਜਿਹੜੇ ਬਜ਼ੁਰਗ ਜਾਂ ਕੋਈ ਵੀ ਲੋਕ ਨੇ ਇਕੱਲੇ ਰਹਿੰਦੇ ਨੇ, ਉਹਨਾਂ ਨੂੰ ਕਈ ਬਿਮਾਰੀਆਂ ਲੱਗ ਜਾਂਦੀਆਂ ਨੇ, ਉਹ ਰੋਗੀ ਹੋ ਜਾਂਦੇ ਨੇ, ਇਹੋ ਜਿਹੀਆਂ ਕਿ ਕਈ ਫੇਟਲ ਬਿਮਾਰੀਆਂ ਜਿਹੜੀਆਂ ਤੁਹਾਡੀ ਮੌਤ ਦਾ ਕਾਰਨ ਬਣ ਜਾਂਦੀਆਂ ਨੇ। ਇਸ ਤਰ੍ਹਾਂ ਦੀਆਂ ਬਿਮਾਰੀਆਂ ਵੀ ਲੱਗ ਸਕਦੀਆਂ ਹਨ। ਡਾਕਟਰ ਸਾਹਿਬ ਜੀ ਆਇਆਂ ਨੂੰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਵੈਲਕਮ। ਬਹੁਤ ਬਹੁਤ ਧੰਨਵਾਦ ਸਰਦਾਰ ਹਰਜਿੰਦਰ ਸਿੰਘ ਜੀ ਔਰ ਸਾਰੇ ਦੇਖਣ ਤੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ, ਆਦਾਬ, ਕੇਮ ਸ਼ੋ ਕਸਾਏ, ਸਲੋ, ਬੋਂਜੋਰ, ਬਿਊਨਸ ਡਾਇਸ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਇਕੱਲਤਾ ਜਿਹੜੀ ਆ, ਲੋਨਲੀਨੈਸ, ਇਹ ਮੈਡੀਕਲ ਸਮੱਸਿਆ ਜਾਂ ਕਿ ਮੈਂ ਤੈਨੂੰ ਸਮਾਜਿਕ ਸਮੱਸਿਆ ਸਮਝਦਾ ਸੀ? ਨਹੀਂ, ਮੈਡੀਕਲ, ਵਾਕਈ ਮੈਡੀਕਲ ਸਮੱਸਿਆ, ਕਿਉਂਕਿ ਇਹਦੇ ਨਾਲ ਤੁਹਾਡਾ ਸਰੀਰ ਵੀ ਖਰਾਬ ਹੋਣਾ ਤੇ ਤੁਹਾਡਾ ਮਨ ਵੀ ਖਰਾਬ ਹੋਣਾ। ਔਰ ਇਹਦੇ ਉੱਤੇ ਪਿਛਲੇ 20 ਤੋਂ 30 ਸਾਲ ਤੇ ਰਿਸਰਚ ਚੱਲ ਰਹੀ ਹੈ। ਔਰ ਕੱਲ੍ਹ ਡਾਕਟਰ ਵਿਵੇਕ ਮੂਰਤੀ ਜਿਹੜੇ US ਦੇ ਸਰਜਨ ਜਨਰਲ ਹੈਗੇ ਆ, ਸਭ ਤੋਂ ਉੱਚ ਕੋਟੀ ਦੇ ਐਡਵਾਈਜ਼ਰੀ ਦਿੰਦੇ ਆ ਪੂਰੇ ਅਮਰੀਕਾ ਨੂੰ, ਬਾਈਡਨ ਐਡਮਿਨਿਸਟ੍ਰੇਸ਼ਨ, ਓਬਾਮਾ ਐਡਮਿਨਿਸਟ੍ਰੇਸ਼ਨ 'ਚ ਵੀ ਕੰਮ ਕਰਦੇ ਰਹੇ ਪਹਿਲਾਂ। ਉਹ ਕਹਿੰਦੇ ਆ ਵੀ 50% ਲੋਕ ਨਾਰਥ ਅਮਰੀਕਾ 'ਚ ਇਸ ਵੇਲੇ ਅਕੇਲਾਪਨ ਜਾਂ ਆਈਸੋਲੇਸ਼ਨ ਜਾਂ ਲੋਨਲੀਨੈਸ ਫੀਲ ਕਰਦੇ ਆ ਅਤੇ ਉਹਨੂੰ ਐਕਸਪ੍ਰੈਸ ਕਰ ਰਹੀ ਹੈ। ਅਤੇ ਉਹ ਬੰਦੇ ਜਿਨ੍ਹਾਂ ਨੇ ਦੱਸਤਾ ਵੀ 50% ਲੋਕ ਉਹ ਆ ਵੀ ਅਸੀਂ ਫੀਲ ਕਰਦੇ ਵੀ ਅਸੀਂ ਲੋਨਲੀ ਹਾਂ। ਹੁਣ ਜਿਹੜਾ ਇਨਸਾਨ ਹੈਗਾ, ਇਹ ਹੈਗਾ ਸੋਸ਼ਲ ਐਨੀਮਲ, ਵੀ ਇਹਨੂੰ ਦੂਜੇ ਇਨਸਾਨ ਦੀ ਨੇੜਤਾ ਚਾਹੀਦੀ ਹੈ, ਗੱਲਬਾਤ ਚਾਹੀਦੀ ਹੈ, ਸ਼ੋਅ ਚਾਹੀਦੀ ਹੈ, ਉਹਦੀ ਅੱਖਾਂ ਦੇ ਨਾਲ ਅੱਖਾਂ ਦਾ ਮੇਲ ਚਾਹੀਦਾ, ਫਿਜ਼ੀਕਲ ਪ੍ਰੈਜ਼ੈਂਸ ਚਾਹੀਦਾ।
ਹੁਣ ਰਿਸਰਚ ਇਹ ਵੀ ਸ਼ੋਅ ਕਰਦੀ ਹੈ ਥਿਨ ਸਾਹਿਬ ਵੀ ਸਾਰੇ ਬਲੇਮ ਕਰਦੇ ਕੋਵਿਡ ਨੂੰ। ਠੀਕ ਹੈ, ਕੋਵਿਡ ਦੇ ਨਾਲ ਸਾਨੂੰ ਅਕੇਲਾਪਨ ਥੋੜ੍ਹਾ ਜ਼ਿਆਦਾ ਟਾਈਮ ਮਹਿਸੂਸ ਕਰਨਾ ਪਿਆ 2-3 ਸਾਲ, ਲੇਕਿਨ ਸਮੱਸਿਆ ਤੇ ਕੋਵਿਡ ਤੋਂ ਪਹਿਲਾਂ ਦੀ ਚੱਲਦੀ ਆ ਰਹੀ ਹੈ। ਹੁਣ ਕੋਵਿਡ ਨੇ ਉਹਨੂੰ ਟਿਪ ਆਫ ਕਰ ਦਿੱਤਾ ਹੈ ਨਾ। 60 ਸਾਲ ਪਹਿਲੋਂ ਲੋਕੀ ਬਹੁਤ ਨੇੜੇ ਨੇੜੇ ਰਹਿੰਦੇ ਹੁੰਦੇ ਸੀ, ਸੰਯੁਕਤ ਪਰਿਵਾਰਾਂ 'ਚ ਰਹਿੰਦੇ ਹੁੰਦੇ ਸੀ, ਇੱਕ ਦੂਜੇ ਦੇ ਨਾਲ ਮਿਲਦੇ ਸੀ, ਤੇ ਕਲੋਨੀਆਂ ਵੀ ਇੱਦਾਂ ਹੀ ਬਣਦੀਆਂ ਸੀ ਵੀ ਨੇੜਤਾ ਜ਼ਿਆਦਾ ਹੋਇਆ। ਮਿਲਣਾ ਗਿਲਣਾ ਵੀ ਜੱਫੀ ਪਾ ਕੇ ਮਿਲਣ ਦਾ ਜੱਫੀ ਪਾ ਰਿਵਾਜ ਕੇ ਸੀ। ਮਿਲਣਾ ਸੀ, ਇੱਕ ਦੂਜੇ ਦਾ ਹਾਲ ਚਾਲ ਪੁੱਛਣਾ ਸੀ, ਟਾਈਮ ਹੁੰਦਾ ਸੀ। ਹੁਣ ਪਿਛਲੇ 60 ਸਾਲ 'ਚ ਜਿਹੜੇ ਘਰ ਹੈਗੇ ਆ ਉਹ ਸੀ ਇੰਡੀਵਿਜੂਅਲ ਹਾਊਸਿਸ ਬਣਨੇ ਸ਼ੁਰੂ ਹੋ ਗਏ ਪੂਰੇ ਨਾਰਥ ਅਮਰੀਕਾ 'ਚ। ਇੱਕ ਇਹ ਟ੍ਰੈਂਡ ਦਿਖਿਆ। ਦੂਜਾ ਜਿਹੜਾ ਹੈਗਾ 20 ਸਾਲ ਪਹਿਲਾਂ ਔਸਤ ਟਾਈਮ ਇੱਕ ਦਿਨ ਦੇ ਵਿੱਚ ਬੰਦਾ 60 ਮਿੰਟ ਆਪਣੇ ਦੋਸਤ ਮਿੱਤਰ ਰਿਸ਼ਤੇਦਾਰਾਂ ਦੇ ਨਾਲ ਕੱਢ ਲੈਂਦਾ ਸੀ। ਪੱਤੇ ਖੇਡ ਲਏ, ਜੋਕਾਂ ਕਰ ਲਈਆਂ, ਇੱਕ ਦੂਜੇ ਦਾ ਹਾਲ ਪੁੱਛ ਲਿਆ, ਚਾਹ ਪਾਣੀ ਪੁੱਛ ਲਈ, ਇੱਕ ਦੂਜੇ ਨੂੰ ਮਿਲ ਲਿਆ, ਗਿਲ ਲਿਆ। ਹੁਣ ਉਹ ਟਾਈਮ ਜਿਹੜਾ ਹੈਗਾ 20 ਮਿੰਟ ਤੋਂ ਥੱਲੇ ਚਲਾ ਗਿਆ 2020 'ਚ। 60 ਮਿੰਟ ਤੋਂ 20 ਮਿੰਟ ਤੇ ਆ 20 ਮਿੰਟ ਤੇ ਆ ਗਿਆ। ਹੁਣ ਤਰਾਸਤ ਇਹ ਹੈਗੀ ਵੀ ਜਿਹੜੇ ਸਾਡਾ ਯੂਥ ਆ 15 ਤੋਂ 30 ਸਾਲ ਦਾ, ਜਿਹੜਾ ਆਉਣ ਵਾਲਾ ਸਾਡਾ ਵਰਕ ਫੋਰਸ ਆ, ਉਹ 70% ਰਿਪੋਰਟ ਕਰਦੇ ਵੀ ਅਸੀਂ ਲੋਨਲੀ ਤੇ ਆਈਸੋਲੇਟਿਡ ਫੀਲ ਕਰ ਰਹੇ ਹਾਂ। ਜਿਹੜਾ ਰੈਸਟ ਆਫ ਦਾ ਆਵਾਮ ਹੈ ਉਹ 50% ਰਿਪੋਰਟ ਕਰ ਰਿਹਾ, ਲੇਕਿਨ ਯੂਥ 70% ਰਿਪੋਰਟ ਕਰ ਰਿਹਾ। ਫਿਰ ਜਦੋਂ ਰਿਸਰਚ ਆਈ ਉਹ ਦੱਸਦੇ ਆ ਵੀ ਇਹਦਾ ਸਿੱਧਾ ਇਫੈਕਟ ਹੈਗਾ ਵੀ ਟੂ ਮਚ ਟੈਕਨੋਲੋਜੀਕਲ ਐਡਵੈਂਸ਼ਨ। ਹੁਣ ਆਹ ਦੇਖੋ ਮੈਂ ਫੋਨ ਪੁੱਠਾ ਕਰਕੇ ਰੱਖਿਆ ਹੈ ਨਾ, ਇਹ ਜਿਹੜਾ ਹੈਗਾ ਸਾਨੂੰ ਦੂਜਿਆਂ ਦੇ ਨਾਲੋਂ ਨੇੜਤਾ ਜਿਹੜਾ ਹੈਗਾ ਉਹਨੂੰ ਤੋੜਦਾ, ਕਿਉਂਕਿ ਇਹਦੇ ਵਿੱਚ ਕਈ ਚੀਜ਼ਾਂ ਹੈਗੀਆਂ। ਹੋਰ ਇੱਕ ਵਾਰੀ ਤੁਸੀਂ ਇੱਕ ਪਾਸੇ ਲੱਗ ਪਾਓ। ਹੁਣ ਮੈਂ ਟਿਕਟੌਕ ਤੇ ਪਾਇਆ ਨਹੀਂ, ਮੈਨੂੰ ਕਈ ਮੇਰੇ ਫਰੈਂਡ ਉਹ ਟਿਕਟੌਕ ਤੇ ਲੱਗੇ ਰਹਿਣ, ਦੂਜੀ ਆ ਗਈ, ਤੀਜੀ ਆ ਗਈ, ਚੌਥੀ ਆ ਗਈ, ਘੰਟਾ ਉਹਨਾਂ ਲੰਘ ਜਾਂਦਾ, ਉਹਨੂੰ ਪਤਾ ਹੀ ਨਹੀਂ ਲੱਗਦਾ। ਉਹ ਮਤਲਬ ਹੱਸਦੇ ਖੇਡਦੇ ਰਹਿੰਦੇ ਟੈਕਨੋਲੋਜੀ ਨਾਲ। ਲੇਕਿਨ ਇਹ ਜਿਹੜਾ ਹੈਗਾ ਤੁਹਾਨੂੰ ਆਈਸੋਲੇਟ ਕਰੇਗਾ। ਇਨਸਾਨ ਨੂੰ ਜਿੱਦਾਂ ਭੁੱਖ ਲੱਗਦਾ ਉਹ ਖਾਣਾ ਖਾਂਦਾ, ਪਿਆਸ ਲੱਗਦਾ ਪਾਣੀ ਪੀਂਦਾ, ਤੇ ਉਹਨੂੰ ਅੰਦਰੋਂ ਹੀ ਸਿਗਨਲ ਮਿਲਦਾ ਵੀ ਮੈਨੂੰ ਕਿਸੇ ਦੇ ਨਾਲ ਮਿਲਣਾ ਜੁਲਣਾ। ਉਹ ਟੈਕਨੋਲੋਜੀ ਉਹਨੂੰ ਬ੍ਰੇਕ ਕਰ ਰਹੀ ਹੈ, ਉਹਨੂੰ ਮਿਲਣ ਜੁਲਣ ਨਹੀਂ ਦੇ ਰਹੀ। ਮਨੁੱਖ ਦੀ ਮਨੁੱਖ ਨਾਲ ਸਾਂਝ ਘਟ ਗਈ, ਸਾਂਝ ਘਟ ਗਈ ਹੈ, ਉਹਦੇ ਨਾਲ ਬੈਠਣਾ ਉੱਠਣਾ ਘਟ ਗਿਆ। ਹੁਣ ਜਿਹੜੀ ਆਈਸੋਲੇਸ਼ਨ ਹੈ ਵੱਖ-ਵੱਖ ਪ੍ਰਕਾਰ ਦੀ ਜਿਹੜੀ ਹੈਗੀ ਆ ਉਹ ਵੀ ਦੱਸੀ ਗਈ ਹੈ ਇਹਦੀ ਰਿਪੋਰਟ ਦੇ ਵਿੱਚ। ਔਰ ਪਹਿਲੀ ਵਾਰੀ ਮੇਰੇ ਨਜ਼ਰ 'ਚ ਆਈ, ਮੈਂ ਸੋਚਦਾ ਸੀ ਵੀ ਬੰਦਾ ਆਈਸੋਲੇਟਿਡ ਹੈਗਾ, ਗੱਲ ਮੁੱਕੀ। ਪਹਿਲੀ ਆਈਸੋਲੇਸ਼ਨ ਹੈਗੀ ਰਿਲੇਸ਼ਨਸ਼ਿਪ 'ਚ, ਵੀ ਤੁਹਾਡੇ ਦੋਸਤਾਂ ਮਿੱਤਰਾਂ ਦੇ ਨਾਲ, ਤੁਹਾਡੀ ਪਤੀ ਪਤਨੀ ਦੇ ਵਿੱਚ, ਤੁਹਾਡੇ ਸਪਾਊਸ, ਗਰਲਫ੍ਰੈਂਡ ਬॉयਫ੍ਰੈਂਡ ਦੇ ਜੋ ਵੀ ਤੁਹਾਡੇ ਰਿਲੇਸ਼ਨਸ਼ਿਪ ਆ ਉਹਦੇ 'ਚ ਤੁਸੀਂ ਹੈਗੇ, ਲੇਕਿਨ ਤੁਹਾਨੂੰ ਅਕੇਲਾਪਨ ਮਹਿਸੂਸ ਹੋ ਰਿਹਾ। ਉਹਦੇ 'ਚ ਤੁਹਾਡੀ ਕਨੈਕਟੀਵਿਟੀ ਜਿਹੜੀ ਹੈਗੀ ਥੋੜ੍ਹੀ ਘਟਦੀ ਜਾ ਰਹੀ ਹੈ। ਉਹਦੇ ਵੱਖ-ਵੱਖ ਕਾਰਨ ਹੋ ਸਕਦੇ ਆ ਵੀ ਤੁਹਾਨੂੰ 100% ਉਹ ਕਰੰਟ ਨਹੀਂ ਮਿਲ ਰਿਹਾ ਜਿਹੜਾ ਪਹਿਲਾਂ ਮਿਲਿਆ ਕਰਦਾ ਸੀ। ਦੂਜੀ ਹੈਗੀ ਆ ਸੋਸ਼ਲ, ਵੀ ਪਹਿਲੋਂ ਜਿਵੇਂ ਲੋਕੀ ਰਿਸਰਚ ਜ਼ਿਆਦਾ ਚਰਚ ਦੇ ਉੱਤੇ ਹੋਈ ਹੈ, ਲੇਕਿਨ ਸਾਡੇ ਧਾਰਮਿਕ ਅਦਾਰੇ ਜਿਹੜੇ ਹੈਗੇ ਆ, ਸੁੱਖ ਰਵੇ ਬਾਬੇ ਨਾਨਕ ਦੇ ਜਿਹੜੇ ਗੁਰਦੁਆਰੇ ਆ, ਦੇਖੋ ਤੁਸੀਂ ਮੱਥਾ ਟੇਕਣ ਜਾਓ ਵੀਕਐਂਡ 'ਚ ਤੇ ਲਾਈਨ 'ਚ ਲੱਗਣਾ ਪੈਂਦਾ, ਲੰਗਰ। ਤਾਂ ਅਸੀਂ ਬਹੁਤ ਵੱਡੀ ਮਾਤਰਾ 'ਚ ਜਾਂਦੇ ਹਾਂ ਗੁਰਦੁਆਰੇ ਦਰਸ਼ਨਾਂ ਵਾਸਤੇ। ਰਿਸਰਚ ਇਹ ਸ਼ੋਅ ਕਰਦਾ ਸੀ, ਮੈਂ ਜਦੋਂ ਟ੍ਰੇਨਿੰਗ ਕਰਦਾ ਸੀ 30 ਸਾਲ ਪਹਿਲਾਂ, ਵੀ ਇਨਸਾਨ ਅਗਰ ਚਰਚ ਚਲਾ ਜਾਏ, ਕਿਉਂਕਿ ਰਿਸਰਚ ਚਰਚ ਦੇ ਉੱਤੇ ਹੁੰਦੀ ਸੀ, ਕੱਪੜੇ ਕੁਪੜੇ ਪਾ ਕੇ ਘਰੋਂ ਨਿਕਲ ਕੇ ਚਰਚ ਜਾ ਕੇ ਵਾਪਸ ਆ ਜਾਏ, ਉਹਨੂੰ ਚਰਚ 'ਚ ਕੁਛ ਪਤਾ ਲੱਗਦਾ ਨਹੀਂ ਲੱਗਦਾ, ਪੱਲੇ ਪੈਂਦਾ ਨਹੀਂ ਪੈਂਦਾ ਸਪਿਰਿਚੁਅਲਿਟੀ, ਉਹ ਗੱਲ ਛੱਡ ਦਿਓ। ਸਿਰਫ ਘਰੋਂ ਜਾਣਾ, ਉੱਥੇ ਜਾ ਕੇ ਬਹਿਣਾ, ਲੋਕਾਂ ਦੇ ਨਾਲ ਮਿਲਣਾ ਜੁਲਣਾ, ਆਉਣਾ, ਉਹਨਾਂ ਦਾ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਸੀ, ਸ਼ੂਗਰ ਠੀਕ ਰਹਿੰਦਾ ਸੀ, ਤੇ ਉਮਰ 15% ਵੱਧ ਜਾਂਦੀ ਸੀ। ਹੁਣ ਰਿਸਰਚ ਇਹ ਸ਼ੋਅ ਕਰਦੀ ਥਿਨ ਸਾਹਿਬ ਵੀ ਆਈਸੋਲੇਸ਼ਨ ਦੇ ਨਾਲ ਇਨਸਾਨ ਦੀ 30% ਜ਼ਿੰਦਗੀ ਅਰਲੀ ਮਤਲਬ ਅਲਵਿਦਾ ਹੋਣ ਦੇ ਚਾਂਸਿਸ ਵੱਧ ਜਾਂਦੇ। ਸਮਝੋ ਕਿਸੇ ਦੀ ਉਮਰ 100 ਸਾਲ ਦੀ ਲਿਖੀ ਆ, ਔਰ ਬੰਦਾ ਸਾਲ ਤੋਂ ਜ਼ਿਆਦਾ ਆਈਸੋਲੇਟ ਮਹਿਸੂਸ ਕਰ ਰਿਹਾ, ਤਾਂ ਉਹਦੇ 'ਚ ਜਿਹੜੇ ਸਰੀਰਕ ਰੋਗ ਜਿਹੜੇ ਪਨਪਣੇ ਆ ਉਹ ਹੈਗੇ ਹਾਰਟ ਦੇ, ਡਿਮੈਂਸ਼ੀਆ ਦੇ, ਸਟ੍ਰੋਕ ਦੇ, ਤੇ ਮਾਨਸਿਕ ਜਿਹੜੇ ਰੋਗ ਆ ਉਹ ਨੀਂਦ ਉਹਨੂੰ ਠੀਕ ਨਹੀਂ ਹੋਣੀ, ਬੇਚੈਨੀ ਮਹਿਸੂਸ ਹੋਣੀ ਆ, ਐਂਗਜ਼ਾਇਟੀ, ਡਿਪਰੈਸ਼ਨ, ਸੁਸਾਈਡ ਇਤਿਆਦਿ। ਸੋ 30% ਉਹਦੀ ਉਮਰ ਜਿਹੜੀ ਹੈਗੀ ਆ ਉਹ ਘਟ ਜਾਂਦੀ। ਸੋ ਆਈਸੋਲੇਸ਼ਨ ਅਲੋਨ ਦੇ ਨਾਲ 30% ਤੁਹਾਡਾ ਲਾਈਫ ਸਪੈਨ ਘਟ ਸਕਦਾ। ਔਰ ਜਿੱਦਾਂ ਇੱਕ ਇਨਸਾਨ, ਆਪਾਂ ਤਾਂ ਚਲੋ ਨਹੀਂ ਪੀਂਦੇ ਸਿਗਰਟ, ਬਟ ਕੋਈ ਇੱਕ ਸਿਗਰਟ ਪੀ ਰਿਹਾ, ਰਾਈਟ, ਅਗਰ ਅਸੀਂ ਆਈਸੋਲੇਟਿਡ ਰਹਿੰਦੇ ਹਾਂ, ਉਹ ਪਰ ਡੇ ਇਨਸਾਨ ਲਗਭਗ 15 ਸਿਗਰਟ ਪੀ ਰਿਹਾ, ਉਹਨਾਂ ਡੈਮੇਜ ਬੋਡੀ ਨੂੰ ਹੋ ਰਿਹਾ। ਅੱਛਾ ਡਾਕਟਰ ਸਾਹਿਬ, ਇਹ ਜਿਹੜੀ ਮੈਡੀਕਲ ਜਾਂ ਪਬਲਿਕ ਹੈਲਥ ਦਾ ਇਸ਼ੂ ਬਣਿਆ, ਲੋਨਲੀਨੈਸ, ਇਹ ਕਲਪਨਾ, ਉਹ ਇਹ 3 ਬਿਮਾਰੀਆਂ ਕਰਕੇ ਹੈ ਵੀ ਹਾਰਟ ਦੀ ਪ੍ਰੋਬਲਮ ਹੋ ਜਾਣੀ ਹੈ, ਤੁਹਾਡੇ ਹਾਰਟ ਦੀ ਪ੍ਰੋਬਲਮ ਹੋ ਜਾਣੀ ਆ, ਸਟ੍ਰੋਕ ਹੋ ਜਾਣਾ, ਡਿਮੈਂਸ਼ੀਆ, ਸਾਰੇ ਚਾਂਸਿਸ ਵੱਧ ਜਾਣੇ ਆ। ਇਹ ਤੇ ਹੈਗੇ ਸਰੀਰਕ, ਤੇ ਮਾਨਸਿਕ ਤੌਰ ਦੇ ਉੱਤੇ ਤੁਹਾਨੂੰ ਬੜੇ ਬੜੇ ਖੁਆਬ ਹੋਣੇ ਆ ਵੀ ਮੇਰੀ ਜ਼ਿੰਦਗੀ ਦੇ ਨਾਲ ਕੀ ਹੋਇਆ, ਮੈਂ ਮਤਲਬ ਜ਼ਿੰਦਗੀ ਜੀਵਾਂ ਕਿ ਨਾ ਜੀਵਾਂ। ਈਵਨ ਸੁਸਾਈਡਲ ਥਾਟਸ ਆ ਸਕਦੇ, ਐਂਗਜ਼ਾਇਟੀ ਹੋ ਸਕਦੀ, ਡਿਪਰੈਸ਼ਨ ਹੋ ਸਕਦਾ।
ਕਈ ਜਿਹੜੇ ਲੋਨਲੀਨੈਸ ਵਾਲੇ ਆ ਨਾ, ਉਹ ਚੁੱਪ ਜਿਹੇ ਹੋ ਜਾਂਦੇ, ਕਿਸੇ ਨਾਲ ਗੱਲ ਕਰਕੇ ਨਹੀਂ ਰਾਜੀ, ਹੈ ਨਾ, ਵੀ ਛੱਡੋ ਪਰਾਂ। ਉਹ ਕਈ ਦਾ ਸੁਭਾਅ ਜਿਹੜਾ ਗੁੱਸੇ ਵਾਲਾ ਹੋ ਜਾਂਦਾ, ਖਰੋੜਾ ਹੋ ਜਾਂਦਾ, ਲੜੀ ਜਾਂਦੇ ਆ, ਜਦੋਂ ਬੋਲਣਾ ਪੁੱਠੀ ਗੱਲ ਹੀ ਕਰਨੀ ਉਹਨਾਂ ਨੇ। ਸੋ ਉਹਨਾਂ ਨੂੰ ਸਵੈ ਪ੍ਰਚੋਲ ਕਰਨਾ ਚਾਹੀਦਾ। ਇੱਕ ਹੋਰ ਕੈਟੇਗਰੀ ਲੋਨਲੀਨੈਸ ਦੀ ਹੋ ਗਈ ਵੈਲਿਊ ਬੇਸਡ ਲੋਨਲੀਨੈਸ। ਆਪਾਂ ਸਮਝੋ ਹੁਣ ਹਿੰਦੁਸਤਾਨ ਤੋਂ ਆਉਂਦੇ ਹਾਂ, ਸਾਡੀ ਕਦਰਾਂ ਕੀਮਤਾਂ ਹੈਗੀਆਂ, ਹੈ ਨਾ, ਵੀ ਵੱਡਿਆਂ ਨੂੰ ਮੱਥਾ ਟੇਕਣਾ ਜਾਂ ਰਿਸਪੈਕਟ ਕਰਨੀ। ਇੱਥੇ ਵੈਸਟਰਨ ਕਲਚਰ 'ਤੇ ਇੱਥੇ ਕੁਛ ਨਹੀਂ ਹੈਗਾ, ਹੈ ਨਾ। ਉਹਨਾਂ ਨੂੰ ਉਹ ਵੀ ਲੱਗਦਾ ਵੀ ਅਸੀਂ ਕਿੱਥੇ ਆ ਗਏ, ਹੈ ਨਾ, ਵੀ ਇਹ ਕਲਚਰਲ ਜਿਹੜਾ ਡਾਇਨਾਮਿਕਸ ਹੈ, ਸਾਡੀ ਵੈਲਿਊਜ਼ ਜਿਹੜੀ ਹੈਗੀਆਂ ਉਹ ਲੋਨਲੀ ਹੋ ਗਈਆਂ। ਸਾਡੇ ਅੰਦਰ ਜਿਹੜੀ ਕਦਰਾਂ ਕੀਮਤਾਂ ਹੈਗੀਆਂ ਸੀ ਉਹ ਸਾਡੇ ਤੋਂ ਖੁਸ਼ ਨਹੀਂ ਰਹੀਆਂ। ਸੋ ਇਸ ਲਈ ਜਦੋਂ ਇਹ ਸਾਹਮਣੇ ਰਿਪੋਰਟ ਆਈ ਤੇ ਅਮਰੀਕਾ ਦੇ ਵਿੱਚ ਹੁਣ ਵੱਡਾ ਐਮਫਸਿਸ ਹੈਗਾ ਸੋਸ਼ਲ ਇਨਫਰਾਸਟ੍ਰਕਚਰ ਬਿਲਡਅਪ 'ਚ, ਵੀ ਚਰਚ, ਮੰਦਰ, ਮਸਜਿਦ, ਗੁਰਦੁਆਰਿਆਂ ਦੇ ਵਿੱਚ ਜ਼ਿਆਦਾ ਜਾਓ, ਉਹਨਾਂ ਨੂੰ ਜ਼ਿਆਦਾ ਫੰਡਿੰਗ ਦਿਓ ਤਾਂ ਕਿ ਲੋਕੀ ਉੱਥੇ ਹੋਣ ਅਤੇ ਅਕੇਲਾਪਨ ਜਿਹੜਾ ਉਹਨਾਂ ਦਾ ਘਟੇ। ਦੂਜਾ, ਪਬਲਿਕ ਟਰਾਂਸਪੋਰਟ ਸਿਸਟਮ ਜਿਹੜਾ ਹੈਗਾ ਵਧੀਆ ਕਰੋ, ਕਿਉਂਕਿ ਬੱਸ 'ਚ ਬੈਠੇ, ਟ੍ਰੇਨ 'ਚ ਬੈਠੇ ਆ, ਨੇੜੇ ਤੇੜੇ ਵੱਲ ਹਾਈ ਹੈਲੋ ਹੋ ਹੀ ਜਾਣੀ ਹੈ ਨਾ। ਤੁਸੀਂ ਇਕੱਲੇ ਕਾਰ ਚਲਾਏ ਗਏ, ਤੁਸੀਂ ਫਿਰ ਲੋਨਲੀ ਹੈਗੇ, ਭਾਵੇਂ ਜਿੰਨਾ ਮਰਜ਼ੀ ਮਿਊਜ਼ਿਕ ਸੁਣ ਲਓ, ਹੈ ਨਾ। ਤੁਹਾਡੇ ਯਾਦ ਅੱਗੇ ਰੇਲ ਗੱਡੀਆਂ ਦੇ ਵਿੱਚ ਜਾਂ ਬੱਸਾਂ ਦੇ ਵਿੱਚ ਵੀ ਲੋਕ ਇੱਕ ਦੂਜੇ ਨੂੰ ਜਾਣਦੇ ਨਹੀਂ ਸੀ ਹੁੰਦੇ। ਈਵਨ ਰੂਰਲ ਏਰੀਆ 'ਚ ਮੇਰੇ ਖਿਆਲ ਜ਼ਿਆਦਾ ਸੀ, ਉਹ ਆਪਸ ਵਿੱਚ ਗੱਲਾਂ ਕਰਨ ਲੱਗ ਪੈਂਦੇ। ਬਿਲਕੁਲ, ਕਿੱਥੇ ਜਾਣਾ ਤੋਂ ਬਾਅਦ, ਉਸ ਤੋਂ ਬਾਅਦ ਪ੍ਰਾਈਵੇਟ ਗੱਲਾਂ ਆਪਣੀਆਂ ਕਰਨ ਲੱਗ ਪੈਂਦੇ ਪਰਿਵਾਰ ਦੀਆਂ। ਅਸੀਂ ਬੰਬੇ ਤੋਂ ਨਾ, ਸਾਡਾ ਪਿੰਡ ਗੁਰਦਾਸਪੁਰ ਹੈਗਾ, ਪਹਿਲੋਂ ਦਿੱਲੀ ਤੋਂ ਫਿਰ ਅੰਮ੍ਰਿਤਸਰ ਤੋਂ ਕਾਦੀਆਂ ਦੀ ਲਾਈਨ ਸਾਡੇ ਦਾਦਾ ਜੀ ਲੈਣ ਆਉਂਦੇ ਸੀ, ਵੀਲਾ ਤੇਜਾ ਕਾਲਾ ਅਫਗਾਨਾ। ਵੀਲਾ ਤੇਜਾ ਸੀ, ਰੇਲਵੇ ਸਟੇਸ਼ਨ ਦਾ ਨਾਂ ਸੀ ਫਤਿਹਗੜ੍ਹ ਚੂੜੀਆਂ, ਮੈਨੂੰ ਚੇਤਾ ਆ ਗਿਆ, ਫਤਿਹਗੜ੍ਹ ਚੂੜੀਆਂ। ਅਤੇ ਅਸੀਂ ਟ੍ਰੇਨ 'ਤੇ ਜਾਣਾ, ਮੈਨੂੰ ਹੁਣ ਤੁਸੀਂ ਜਦੋਂ ਗੱਲ ਕਹੀ, ਕਈਆਂ ਦੇ ਨਾਲ ਜਿਹੜੇ ਅਸੀਂ ਗੱਲਾਂ ਬਾਤਾਂ ਕੀਤੀਆਂ ਉਹ ਮੇਰੇ ਮਨ 'ਚ ਅਜੇ ਵੀ ਆ ਰਹੀ, ਉਹ ਮੈਮਰੀਜ਼ ਅਜੇ ਵੀ ਪਈਆਂ ਹੋਈਆਂ। ਕਈ ਆਰਮੀ ਦੇ ਜਿਹੜੇ ਹੈਗੇ ਆ ਜਵਾਨ, ਉਹ ਹੁੰਦੇ ਸੀ, ਉਹ ਫਿਰ ਦੱਸਦੇ ਸੀ ਵੀ ਅਸੀਂ ਇਸ ਪਾਸੇ ਜੰਗ ਲੜੀ ਸੀ, ਅਸੀਂ ਇਹ ਕੰਮ ਕੀਤਾ। ਅਸੀਂ ਦੱਸਣਾ ਅਸੀਂ ਸਕੂਲ ਪੜ੍ਹਦੇ ਸੀ, ਅਸੀਂ ਕ੍ਰਿਕਟ ਖੇਡਦੇ ਸੀ। ਮਤਲਬ ਵਾਰਤਾਲਾਪ ਹੁੰਦਾ ਰਹਿੰਦਾ ਸੀ, ਕਿਉਂਕਿ ਅਸੀਂ ਸੋਸ਼ਲ ਐਨੀਮਲ ਹੈਗੇ ਹਾਂ। ਅਸੀਂ ਨਹੀਂ ਬਣੇ ਆ ਵੀ ਇਕੱਲੇਪਨ 'ਚ ਰਹਿਣ ਵਾਸਤੇ, ਲੇਕਿਨ ਸਮਾਜਿਕ ਮਜਬੂਰੀਆਂ ਕਹਿ ਲਓ, ਟੈਕਨੋਲੋਜੀ ਇੱਕ ਬਹੁਤ ਵੱਡਾ ਫੈਕਟਰ ਹੈਗਾ। ਸੋ ਬਹੁਤ ਜਿਹੜਾ ਸਕੰਜਾ ਕੱਠਿਆ ਜਾ ਰਿਹਾ ਵੀ ਜਿਹੜੇ ਪ੍ਰੋਗਰਾਮ ਜਿਹੜੇ ਹੈਗੇ ਟੈਕਨੋਲੋਜੀ ਦੇ ਇਹੋ ਜਿਹੇ ਬਣਾਏ ਜਾਣ ਵੀ ਬੱਚਾ ਉਹਦੇ ਉੱਤੇ ਐਡਿਕਟਿਡ ਨਾ ਹੋਵੇ। ਕਿਉਂਕਿ 15 ਤੋਂ 30 ਸਾਲ ਦੇ ਬੱਚੇ 70% ਰਿਪੋਰਟ ਕਰ ਰਹੇ ਇਸ ਵੇਲੇ ਆਈਸੋਲੇਸ਼ਨ। ਅਤੇ ਅਗਾਂਹ ਜਿਹੜੀ ਸਾਡੀ ਪਨੀਰੀ ਉਹਨਾਂ ਦਾ ਕੀ ਹਾਲ ਹੋਏਗਾ। ਫਿਰ ਵੀ ਅਸੀਂ ਜਦੋਂ ਵੀ ਮਿਲਣਾ ਜੁਲਣਾ, ਅਸੀਂ ਫੋਨ ਮੁੱਦਾ ਰੱਖੀਏ। ਕਈ ਨਾ ਰੈਸਟੋਰੈਂਟ ਥਿੰਸਾ ਵੈਂਕੂਵਰ 'ਚ ਇੱਦਾਂ ਵੀ ਉਹਨਾਂ ਨੇ ਸ਼ਿੱਕੂ ਜਿਹਾ ਰੱਖਿਆ ਹੋਇਆ, ਹਾਂ ਉੱਥੇ ਰੱਖ ਦਿਓ। ਔਰ ਅਗਰ ਸਾਰੇ ਕੰਪਲਾਈ ਕਰਦੇ, ਜਦ ਤੱਕ ਤੁਸੀਂ ਡਿਨਰ ਕੀਤਾ ਤੁਹਾਨੂੰ 10% ਡਿਸਕਾਊਂਟ ਵੀ ਦਿੰਦੇ। ਚਲੋ ਸਾਡੇ ਵੱਲੋਂ ਤੁਹਾਡੇ ਲਈ ਫੇਵਰ। ਸੋ ਇਹ ਸਾਨੂੰ ਮਤਲਬ ਇਹ ਸਾਰੀ ਚੀਜ਼ਾਂ ਲੈ ਕੇ ਆਉਣੀ ਚਾਹੀਦੀਆਂ ਵੀ ਹਿਊਮਨ ਟੂ ਹਿਊਮਨ ਇੰਟਰੈਕਸ਼ਨ ਹੋਏ। ਨਹੀਂ ਤਾਂ ਮੈਂ ਕਈ ਵਾਰ ਆਪਣੀ ਫੈਮਿਲੀ ਲੈ ਕੇ ਜਾਂਦਾ ਨਾ, ਇੱਕ ਮੇਰੀ ਬੇਟੀ ਦੇਖ ਰਹੀ ਹੁੰਦੀ ਹੈ ਵੀ ਉਹਦੀ ਈਮੇਲਸ ਆਈ ਹੈ ਕਿ ਨਹੀਂ, ਦੂਜੀ ਦੇਖ ਰਹੀ ਹੁੰਦੀ, ਤਾਂ ਅਸੀਂ ਫਿਰ ਇਹੀ ਸ਼ੁੱਕੂ ਵਾਲਾ ਕੰਮ ਘਰੇ ਵੀ ਰੱਖਿਆ ਅਤੇ ਬਾਹਰ ਵੀ ਅਸੀਂ ਇਹੀ ਕਰਦੇ ਹਾਂ। ਐਟਲੀਸਟ ਉਹ ਘੰਟਾ 2 ਘੰਟਾ ਤੇ ਅਸੀਂ ਕੁਆਲਿਟੀ ਟਾਈਮ ਇੱਕ ਦੂਜੇ ਨਾਲ ਸਪੈਂਡ ਕਰੀਏ। ਤੀਜਾ, ਜਿਹੜਾ ਸਾਡੀ ਮੈਡੀਕਲ ਫੈਕਲਟੀ ਹੈ, ਸਾਨੂੰ ਵੀ ਟ੍ਰੇਨਿੰਗ ਦੇਣੀ ਚਾਹੀਦੀ ਹੈ। ਜਦੋਂ ਮੈਂ ਟ੍ਰੇਨਿੰਗ ਕਰਦਾ ਸੀ ਸਾਨੂੰ ਇਹਦੀ ਕੋਈ ਨੌਲੇਜ ਨਹੀਂ ਦਿੱਤੀ ਜਾਂਦੀ ਸੀ ਵੀ ਲੋਨਲੀਨੈਸ ਵੀ ਇੱਕ ਰੋਗ ਆ। ਉਹਨੂੰ ਕਹਿੰਦੇ ਸੀ ਵੀ ਇਹ ਠੀਕ ਹੈ, ਅਗਲੇ ਬੰਦੇ ਦੀ ਪ੍ਰੋਬਲਮ ਹੋਏਗੀ, ਬਟ ਹੁਣ ਇੱਕ ਰੋਗ ਦੀ ਕੈਟੇਗਰੀ 'ਚ ਹੈਗਾ। ਸੋ ਸਾਨੂੰ ਮੈਡੀਕਲ ਫੈਕਲਟੀ ਨੂੰ ਟ੍ਰੇਨਿੰਗ ਦੇਣੀ ਚਾਹੀਦੀ ਹੈ, ਇਹਦੇ ਲੱਛਣ ਨੂੰ ਆਈਡੈਂਟੀਫਾਈ ਕਰਨ ਦੇ ਸਾਨੂੰ ਸਮਰੱਥਾ ਦੱਸਣੀ ਚਾਹੀਦੀ ਹੈ, ਅਤੇ ਫਿਰ ਜਿਹੜੇ ਇਨਸਾਨ ਹੈ ਉਹਨੂੰ ਕਿੱਦਾਂ ਰੀਹੈਬਲੀਟੇਟ ਕਰਨਾ। ਜਿਹੜੀਆਂ ਇਹ ਬਿਮਾਰੀਆਂ ਨੇ, ਇਹ ਬੜੀਆਂ ਜਾਨਲੇਵਾ ਬਿਮਾਰੀਆਂ ਜਿਹੜੀਆਂ ਤੁਸੀਂ ਦੱਸੀਆਂ, ਲੋਨਲੀਨੈਸ 'ਚੋਂ ਪੈਦਾ ਹੋਣ ਵਾਲੀਆਂ। ਹਾਰਟ ਦੀਆਂ ਇੰਨੀਆਂ ਬਿਮਾਰੀਆਂ, ਦਿਲ ਬੰਦ ਹੋਇਆ ਅਤੇ ਬੰਦਾ ਮਰਿਆ ਜੀ, ਜਾਂ ਜੇ ਨਹੀਂ ਵੀ ਮਰਦਾ ਤਾਂ ਉਹ ਦੁੱਖ ਭੋਗਦਾ ਰਹਿੰਦਾ, ਉਹਦੀ ਪ੍ਰੋਡਕਟਿਵਿਟੀ ਘੱਟ ਜਾਂਦੀ ਆ, ਔਰ ਉਹ ਬੰਦੇ ਦੀ ਜ਼ਿੰਦਗੀ ਹੈ ਜਿਹੜੀ ਉਹ ਬੜੀ ਬੇਰਸ ਹੋ ਜਾਂਦੀ ਹੈ। ਜਿਹੜਾ ਤੁਸੀਂ ਡਿਮੈਂਸ਼ੀਆ ਜਾਂ ਅਲਜ਼ਾਈਮਰ ਦੀ ਗੱਲ ਕਰਦੇ ਹੋ, ਉਹਦੇ ਨਾਲ ਤਾਂ ਬਿਲਕੁਲ ਹੀ ਗੜਬੜ ਜ਼ਿਆਦਾ ਹੋ ਜਾਂਦੀ ਹੈ। ਬੰਦਾ ਮਰਦਾ ਵੀ ਨਹੀਂ, ਜਿਉਂਦੇ ਵੀ ਰਹਿੰਦੇ ਨੇ। ਅਤੇ ਜਿਹੜੀ ਤੀਸਰੀ ਤੁਸੀਂ ਇੱਕ ਹੋਰ ਦੱਸੀ ਹੈ, ਸਟ੍ਰੋਕ, ਹਾਂਜੀ, ਉਹ ਫਿਰ ਅਧਰੰਗ ਹੋ ਗਿਆ, ਫਿਰ ਤੁਹਾਡਾ ਤੁਰਨਾ ਫਿਰਨਾ, ਟੱਟੀ ਪਿਸ਼ਾਬ ਦਾ, ਸਪੀਚ ਦਾ, ਮੈਮਰੀ ਦਾ ਸਾਰਾ ਅਸਰ ਹੋ ਗਿਆ। ਕਈ ਤਾਂ ਡਾਕਟਰ ਵੀ ਇਹ ਕਹਿੰਦੇ ਅਧਰੰਗ ਨੂੰ ਤਾਂ ਮਰ ਜਾਣਾ ਠੀਕ ਹੈ। ਦੇਖੋ, ਐਸਾ ਮੈਡੀਕਲ ਡਾਕਟਰ ਮੈਂ ਤਾਂ ਇਹ ਕਹੂੰਗਾ ਹਮੇਸ਼ਾ ਸਾਨੂੰ ਸੇਵ ਕਰਨਾ ਚਾਹੀਦਾ, ਲੇਕਿਨ ਪ੍ਰੀਵੈਂਸ਼ਨ ਦੇ ਉੱਤੇ ਜ਼ੋਰ ਦੇਣਾ ਚਾਹੀਦਾ। ਹੁਣ ਕਈ ਕਬੀਲੇ ਇੱਥੇ ਸਭ ਉਹਦੇ 'ਚ ਹਾਰਟ ਅਟੈਕ ਹੁੰਦਾ ਨੇ। CNN 'ਚ ਇੱਕ ਡਾਕੂਮੈਂਟਰੀ ਆ ਡਾਕਟਰ ਸੰਜੇ ਗੁਪਤਾ ਨੇ ਕੀਤੀ ਹੈ, ਨੋ ਮੋਰ ਹਾਰਟ ਅਟੈਕ ਇਨ ਅਮੈਰੀਕਾ। ਉਹ ਕਹਿੰਦਾ ਅਮਰੀਕਾ ਹਾਰਟ ਅਟੈਕ ਫਰੀ ਹੋ ਸਕਦਾ। ਆਹ ਚੀਜ਼ਾਂ ਕਰੋ, ਤਰਜੇ ਜ਼ਿੰਦਗੀ ਇੰਪਰੂਵ ਕਰੋ, 7-8 ਹਜ਼ਾਰ ਸਟੈਪਸ ਰੋਜ਼ ਲਓ, 7 ਘੰਟੇ ਨੀਂਦ ਰੋਜ਼, 7 ਰੰਗ ਦੇ ਖਾਣੇ ਖਾਓ, ਸਟ੍ਰੈਸ ਲੈਵਲ ਘੱਟ ਰੱਖੋ। ਕਿਉਂਕਿ ਹਾਰਟ ਅਟੈਕ ਜਿਹੜਾ ਹੈਗਾ ਸਭ ਤੋਂ ਨੰਬਰ 1 ਲੀਡਿੰਗ ਕਾਜ਼ ਆਫ ਡੈਥ ਹੈਗਾ ਹਾਰਟ ਅਟੈਕ ਨਾਰਥ ਅਮਰੀਕਾ 'ਚ, ਕੈਨੇਡਾ ਮੈਂ
ਮੰਡੇ ਮਾਰਨਿੰਗ ਸਭ ਤੋਂ ਜ਼ਿਆਦਾ ਹੁੰਦਾ ਕਿਉਂਕਿ ਸਟ੍ਰੈਸ ਲੈਵਲ ਵਧਿਆ ਹੁੰਦਾ। ਵੀਕਐਂਡ 'ਚ ਆਪਾਂ ਹੁਣ ਧੁੱਪ ਲੱਗੀ ਸੀ ਬਾਹਰ ਘੁੰਮ ਫਿਰ ਗਿਆ ਯਾਰ ਮੰਡੇ ਜਾਣਾ ਕੰਮ ਤੇ ਜਾਣਾ ਪਤਾ ਨਹੀਂ ਪ੍ਰੋਜੈਕਟ ਠੀਕ ਕਿ ਨਹੀਂ ਬੌਸ ਨੇ ਫਿਰ ਝਿੜਕਾਂ ਪਾਉਣੀਆਂ। ਸੰਡੇ 4 ਵਜੇ ਹੀ ਸੋਗ ਪੈ ਜਾਂਦਾ ਯਾਰ ਮੰਡੇ ਨੂੰ ਕੰਮ ਤੇ ਜਾਂ ਇਸ ਲਈ ਸੈਟਰਡੇ ਲੋਕੀ ਇੰਜੋਏ ਕਰ ਲੈਂਦੇ ਕਿਉਂਕਿ ਪਤਾ ਹੁੰਦਾ ਸੰਡੇ ਫਿਰ ਮਤਲਬ ਉਹ ਸੋਗ ਦੀ ਜਿਹੜੀ ਲਹਿਰ ਹੈ ਚੁੱਲੀ ਜਾਣੀ ਫਿਰ ਨੀਂਦ ਨਹੀਂ ਆਉਂਦੀ ਬੇਚੈਨੀ ਹੈ ਸਵੇਰੇ ਉੱਠ ਕੇ ਫਿਰ ਕੰਮ ਤੇ ਜਾਣਾ। ਸੋ ਮੰਡੇ ਮਾਰਨਿੰਗ 9 AM till noon ਸਭ ਤੋਂ ਜ਼ਿਆਦਾ ਐਂਬੂਲੈਂਸ ਸਰਵਿਸ ਹੁੰਦੀ ਹੈ ਹਾਰਟ ਅਟੈਕ ਵਾਸਤੇ ਜਾਂ ਚੈਸਟ ਪੇਨ ਵਾਸਤੇ ਹੈ ਨਾ। ਸੋ ਅਸੀਂ ਬੈਕ ਟੂ ਬੇਸਿਕ ਆਈਏ ਧਾਰਮਿਕ ਅਦਾਰੇ ਜਿਹੜੇ ਹੈਗੇ ਆ ਸੋਸ਼ਲ ਇੰਸਟੀਟਿਊਸ਼ਨ ਅਸੀਂ ਵੋਲੰਟੀਅਰ ਕਰੀਏ ਇੱਕ ਦੂਜੇ ਦੀ ਹੈਲਪ ਵਾਸਤੇ ਕਮਿਊਨਿਟੀ ਅਦਾਰੇ ਨਾਲੇ ਅਸੀਂ ਜ਼ਰੂਰ ਟੈਕਨੋਲੋਜੀ ਵੀ ਯੂਜ਼ ਕਰੀਏ ਟੈਕਸਟ ਕਰ ਦਈਏ ਅਗਲੇ ਬੰਦੇ ਨੂੰ ਸੁਣਾ ਬਈ ਤੇਰਾ ਕੀ ਹਾਲ ਹੈ ਫੋਨ ਚੱਕ ਕੇ ਫੋਨ ਕਰ ਦਈਏ ਜਾਂ ਉਹਦੇ ਘਰ ਜਾ ਕੇ ਹਾਈ ਹੈਲੋ ਕਰ ਲਈਏ ਜਾਂ ਉਹਦੇ ਲਈ ਕੁਛ ਲੈ ਜਾਈਏ ਚਾਹ ਪਾਣੀ ਖਾਣ ਪੀਣ ਨੂੰ ਹੈ ਨਾ। ਸੋ ਇੱਕ ਦੂਜੇ ਦੇ ਨਾਲ ਮਿਲੀਏ ਜੁਲੀਏ ਔਰ ਇਹ ਜਿਹੜਾ ਸਾਈਕਲ ਹੈ ਇਹਨੂੰ ਬ੍ਰੇਕ ਕਰੀਏ। ਅੱਛਾ ਡਾਕਟਰ ਸਾਹਿਬ ਜੇ ਹੁਣ ਗਵਰਨਮੈਂਟ ਤੁਹਾਡੀ ਗੱਲ ਸੁਣੇ ਕਿਹੋ ਜਿਹੀਆਂ ਪਾਲਿਸੀਜ਼ ਬਣਾਉਣੀਆਂ ਚਾਹੋਗੇ ਤਾਂ ਕਿ ਲੋਨਲੀਨੈਸ ਬਿਮਾਰੀ ਨਾ ਬਣ ਜਾਏ ਬਿਮਾਰੀ ਤੋਂ ਪ੍ਰੀਵੈਂਟ ਕਰਨ ਲਈ ਜੀ ਲੋਨਲੀਨੈਸ ਨੂੰ ਖਤਮ ਕਰਨ ਲਈ ਮੈਂ ਸੁਣਿਆ ਕਿ UK ਦੇ ਵਿੱਚ ਇੱਕ ਜਿਹੜੀ ਵੱਖਰਾ ਡਿਪਾਰਟਮੈਂਟ ਹੈ ਇੱਕ ਕੈਬਨਿਟ ਮਿਨਿਸਟਰ ਹੈ ਜਿਹੜਾ ਲੋਨਲੀਨੈਸ 'ਤੇ ਡੀਲ ਕਰਦਾ। ਹਾਂਜੀ ਇਹ ਕਿਵੇਂ ਖਤਮ ਕਰਨੀ ਤੇ ਬਹੁਤ ਵੱਡੀ ਪ੍ਰੋਬਲਮ ਹੈ ਜੀ। ਹੁਣ ਜਿਹੜੀ ਡਾਕਟਰ ਵਿਵੇਕ ਮੂਰਤੀ ਨੇ ਵੀ ਦੱਸੀ ਆ ਵੀ ਇਹਦੇ ਵਿੱਚ ਪਾਲਿਸੀ ਮੇਕਰ ਗਵਰਨਮੈਂਟ ਇਹਨਾਂ ਨੂੰ ਹੁਣ ਅਗਾਂਹ ਆਉਣਾ ਚਾਹੀਦਾ। ਸੋ ਤਿੰਨ ਇਹਦੇ ਹੈਗੇ ਆ ਡਾਇਨਮਿਕਸ ਇੱਕ ਤਾਂ ਸਾਡੇ ਵਰਗੇ ਹੈਲਥ ਕੇਅਰ ਪ੍ਰੋਫੈਸ਼ਨਲ ਉਹਨਾਂ ਨੂੰ ਨੌਲੇਜ ਉਹਨਾਂ ਨੂੰ ਟ੍ਰੇਨਿੰਗ ਜਿਹੜੀ ਹੈਗੀ ਜਦੋਂ ਆਪਾਂ ਮੈਡੀਸਨ ਕਰਦੇ ਤੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਟ੍ਰੀਟਮੈਂਟ ਵਾਸਤੇ ਜਾਂ ਉਹਨਾਂ ਦੇ ਜਿਹੜੇ ਹੱਲ ਆ ਦੱਸਣ ਵਾਸਤੇ ਪੇਸ਼ੈਂਟ ਨੂੰ ਦੱਸਣਾ ਚਾਹੀਦਾ। ਜਦੋਂ ਬਿਮਾਰੀ ਦੀ ਡਾਇਗਨੋਸ ਕਰਦੇ ਹੋ ਤੁਸੀਂ ਉਦੋਂ ਤੁਸੀਂ ਟੂਟੀਆਂ ਟਾਟੀਆਂ ਲਾ ਕੇ ਦੇਖਦੇ ਹੋ ਬਲੱਡ ਟੈਸਟ ਕਰਾ ਲੈਂਦੇ ਹੋ ਜੀ। ਬਹੁਤ ਥੋੜ੍ਹੇ ਡਾਕਟਰ ਪੁੱਛਦੇ ਹੋਣੇ ਵੀ ਤੈਨੂੰ ਕੋਈ ਲੋਨਲੀਨੈਸ ਤਾਂ ਨਹੀਂ ਟ੍ਰੇਨਿੰਗ ਹੀ ਹੈ ਨਹੀਂ ਉਹਨਾਂ ਨੂੰ ਟ੍ਰੇਨਿੰਗ ਨਹੀਂ ਹੈਗੀ ਨਾਲੇ ਇੱਕ ਰੋਜ਼ਾਨ 'ਚ ਵੀ ਨਹੀਂ ਹੈਗਾ। ਅਸੀਂ ਇਹ ਸੋਚਦੇ ਹਾਂ ਵੀ ਇਨਸਾਨ ਆਪੇ ਹੀ ਦੱਸੂਗਾ ਵੀ ਮੈਂ ਲੋਨਲੀ ਹੈਗਾ ਕਿ ਨਹੀਂ ਹੈਗਾ ਹੈ ਨਾ। ਸੋ ਅਸੀਂ ਜ਼ਿਆਦਾ ਫਿਜ਼ੀਕਲ ਡਾਇਨਾਮਿਕਸ 'ਚ ਜੇ ਦੱਸੇ ਵੀ ਜਿਹੜਾ ਅੱਜ ਦਾ ਟ੍ਰੇਨ ਡਾਕਟਰ ਆ ਜਾਂ ਅੱਜ ਤੋਂ 15 ਸਾਲ ਪਹਿਲਾਂ ਟ੍ਰੇਨ ਹੋਇਆ ਜੇ ਦੱਸੇ ਵੀ ਜੀ ਮੈਂ ਇਕੱਲਾ ਹੀ ਰਹਿਣਾ ਹਾਂਜੀ ਕਦੇ ਮੈਂ ਇਕੱਲਾ ਮਹਿਸੂਸ ਕਰਦਾ ਕਹਿੰਦਾ ਉਹ ਤਾਂ ਤੂੰ ਕਰੀ ਜਾ ਬਾਕੀ ਤੇਰਾ ਬਲੱਡ ਠੀਕ ਆ ਤੇਰਾ ਹੋਮੋਗਲੋਬਿਨ ਠੀਕ ਆ ਤੇਰਾ ਫਲਾਨਾ ਠੀਕ ਆ ਕਿਉਂਕਿ ਹੋ ਸਕਦਾ ਡਾਕਟਰ ਵੀ ਇਕੱਲਾ ਹੀ ਰਹਿੰਦਾ ਹੋਵੇ ਕਿਉਂਕਿ ਅਸੀਂ ਉਸ ਸਮੇਂ ਦੇ ਟ੍ਰੇਨਡ ਹੈਗੇ ਆ ਵੀ ਜਿੱਥੇ ਮੈਂ ਤਾਂ ਦੇਖੋ 63 ਸੀ ਮੇਰੇ ਪਰਿਵਾਰ 'ਚ ਹੈ ਨਾ ਜੁਆਇੰਟ ਫੈਮਿਲੀ 'ਚ ਰੇਜ਼ ਹੋਇਆ ਦਾਦਾ ਦਾਦੀ ਤਾਏ ਦੋ ਚਾਚਾ ਅਸੀਂ ਤਾਂ ਇੱਕ ਦੂਜੇ ਦੇ ਨਾਲ ਸਾਡੀ ਆਪਦੀ ਕ੍ਰਿਕਟ ਟੀਮ ਹੋਇਆ ਕਰਦੀ ਸੀ। ਕਈ ਵਾਰ ਮੈਨੂੰ ਕਹਿੰਦੇ ਸੀ ਵੀ ਤੂੰ ਰਿਜ਼ਰਵ 'ਚ ਰਹਿ ਅੱਜ ਤੇਰੀ ਵਾਰੀ ਨਹੀਂ ਖੇਡਣ ਦੀ ਕਿਉਂਕਿ ਮੈਂਬਰ ਬਹੁਤ ਸੀ ਖੇਡਣ ਦੇ। ਸੋ ਕਹਿਣ ਦਾ ਮਤਲਬ ਤਾਂ ਇਹੀ ਆ ਵੀ ਇੱਕ ਦੂਜੇ ਨਾਲ ਮਿਲੀਏ ਜੁਲੀਏ। ਜਿਹੜੇ ਪਾਲਿਸੀ ਮੇਕਰਸ ਹੈਗੇ ਉਹਨਾਂ ਨੂੰ ਸਕੂਲ ਦੇ ਵਿੱਚ ਇਹਦੀ ਐਜੂਕੇਸ਼ਨ ਦੇਣੀ ਚਾਹੀਦੀ ਹੈ। ਸਕੂਲ ਦੇ ਵਿੱਚ ਪ੍ਰੋਗਰਾਮ ਜਿਹੜੇ ਹੈਗੇ ਲਿਖਣੇ ਚਾਹੀਦੇ ਆ ਵੀ ਬੱਚੇ ਇੱਕ ਦੂਜੇ ਦੇ ਨਾਲ ਜਿੱਦਾਂ ਕਿੱਦਾਂ ਮਿਲਣ। ਹੁਣ ਦੇਖੋ ਜਦੋਂ ਆਪਾਂ ਨਵੀਂ ਜਗ੍ਹਾ 'ਚ ਜਾਂਦੇ ਹਾਂ ਹੁਣ ਸਮਝੋ ਮੈਂ ਯੂਨੀਵਰਸਿਟੀ ਗਿਆ ਸੀ ਹੈ ਨਾ ਪਹਿਲੇ ਦਿਨ ਤਾਂ ਮੇਰੇ ਕਿਸੇ ਨਾਲ ਦੋਸਤੀ ਨਹੀਂ ਸੀ ਮੈਨੂੰ ਉਹ ਲੋਨਲੀਨੈਸ ਫੀਲ ਹੁੰਦੀ ਸੀ ਲੇਕਿਨ ਹੌਲੀ ਹੌਲੀ ਮੇਰੀ ਫਰੈਂਡਸ਼ਿਪ ਹੋ ਗਈ। ਇਹ ਤਾਂ ਨੈਚੁਰਲ ਸੁਭਾਅ ਹੈਗਾ ਲੇਕਿਨ ਆਪਾਂ ਆਪਣੇ ਜਿਹੜੇ ਹੈਗੇ ਨਾ ਈਗੋ ਔਰ ਆਪਣਾ ਜਿਹੜਾ ਹੈਗਾ ਉਹ ਵੀ ਸ਼ੈੱਡ ਕਰੀਏ ਵੀ ਮੈਂ ਬਹੁਤ ਵਧੀਆ ਮੇਰਾ ਦਿਮਾਗ ਬਹੁਤ ਵਧੀਆ ਮੇਰੇ ਕੱਪੜੇ ਬਹੁਤ ਵਧੀਆ ਮੇਰੀ ਪੱਗ ਬਹੁਤ ਵਧੀਆ ਇੱਦਾਂ ਨਹੀਂ ਹੁੰਦਾ। ਤੁਹਾਡੇ ਕਲਾਸ ਫੈਲੋਜ਼ ਦਾ ਇੱਕ ਟੋਲਾ ਇੱਥੇ ਵੀ ਆਇਆ ਸੀ ਤੁਹਾਡੇ ਘਰ 'ਚ ਜੀ ਤੁਸੀਂ ਮਿਲੇ ਸੀ। ਹੁਣ ਉਹ ਦੇਖੋ ਸੰਗੀਤ ਵੀ ਕਰਦੇ ਆ ਤੁਹਾਨੂੰ ਟੀਚਰਾਂ ਕਰਦੇ ਜੀ। ਹਾਂਜੀ। ਅੱਛਾ ਡਾਕਟਰ ਸਾਹਿਬ ਅਖੀਰ ਦੇ ਵਿੱਚ ਆਪਣੇ ਕੋਲ ਸਮਾਂ ਥੋੜ੍ਹਾ ਰਹਿੰਦਾ ਸਪਲੀਨ ਬਾਰੇ ਦੱਸੋ ਤਿੱਲੀ ਕੀ ਚੀਜ਼ ਹੈ ਤੇ ਕੀ ਕੰਮ ਕਰਦੀ ਹੈ ਲੋਕਾਂ ਨੂੰ ਕਿਵੇਂ ਖਿਆਲ ਰੱਖਣਾ ਚਾਹੀਦਾ ਆਪਣੀ ਸਪਲੀਨ ਦਾ। ਇੱਥੇ ਨਾ ਸਾਡਾ ਮੈਦਾ ਹੈਗਾ ਖੱਬੇ ਪਾਸੇ ਤੇ ਉਹਦੇ ਸਾਈਡ 'ਚ ਨਾ ਸਮਝੋ ਆ ਮੈਦੇ ਦਾ ਹੈਗਾ ਹਿੱਸਾ ਉਹਦੇ ਨਾਲ ਹੀ ਚੰਬੜੀ ਹੋਈ ਹੈ ਸਾਡੀ ਤਿੱਲੀ ਜਾਂ ਸਪਲੀਨ SPLEN ਔਰ ਸਾਡੇ 12 ਜਿਹੜੀਆਂ ਪਸਲੀਆਂ ਉਹਦੀਆਂ ਜਿਵੇਂ 9 10 11 ਦੇ ਲੱਗੇ ਚੱਗੇ ਉਹਦਾ ਆਕਾਰ ਆਉਂਦਾ ਔਰ ਇਹਦਾ ਸਾਈਜ਼ ਜਿਹੜਾ ਹੈਗਾ ਐਡਲਟ ਦੇ ਵਿੱਚ ਕਰੀਬਨ 1 ਇੰਚ ਬਾਏ 3 ਇੰਚ ਬਾਏ 5 ਇੰਚ ਹੁੰਦਾ ਕਰੀਬਨ 135 ਅਸੀਂ ਯਾਦ ਕਰਦੇ ਹੁੰਦੇ ਸੀ ਆਲੂ ਬੁਖਾਰੇ ਜਿਹੜਾ ਹਾਂਜੀ। ਸੋ ਇਹ ਜਿਹੜਾ ਹੈਗਾ ਬਹੁਤ ਵਾਈਟਲ ਸਾਡਾ ਔਰਗਨ ਹੈਗਾ ਜਿਹੜਾ ਸਾਡਾ ਨਾ ਇੱਕ ਫਿਲਟਰੇਸ਼ਨ ਪਲਾਂਟ ਹੈਗਾ। ਸਾਡੀ ਜਿਹੜੀ ਰੈੱਡ ਸੈਲਸ ਹੈਗੇ ਆ ਜਿਹਦੇ 'ਚ ਆਕਸੀਜਨ ਚੱਲਣਾ ਉਹਦੀ ਔਸਤ ਉਮਰ ਹੈਗੀ 115 ਤੋਂ 120 ਦਿਨ ਕਰੀਬਨ 4 ਮਹੀਨੇ ਦੀ। ਜਦੋਂ ਬ੍ਰੇਕਡਾਊਨ ਹੋਣਾ ਉਹ ਜਾ ਕੇ ਤਿੱਲੀ ਦੇ ਵਿੱਚ ਜਾ ਕੇ ਉਹਦੇ ਸਾਰੇ ਪਾਰਟਸ ਜਿਹੜੇ ਹੈਗੇ ਆ ਉਹ ਨਿਖੇੜੇ ਜਾਣੇ ਆ। ਜਿੱਦਾਂ ਸਮਝੋ ਕੋਈ ਇੰਜਨ ਖੋਲ ਲਈਏ ਤਾਂ ਉਹਦਾ ਇੱਕ ਪਾਰਟ ਵੱਖਰਾ ਕਰੀ ਸੋ ਉਹਦਾ ਜਿਹੜਾ ਹੀਮ ਦਾ ਪੋਰਸ਼ਨ ਅਲੱਗ ਆਇਰਨ ਦਾ ਅਲੱਗ ਕਰਨਾ ਗਲੋਬਿਨ ਦਾ ਅਲੱਗ ਕਰਨਾ। ਸੋ ਫਿਲਟਰੇਸ਼ਨ ਪ੍ਰੋਜੈਕਟ ਸਪਲੀਨ ਦਾ ਵੱਡਾ ਕੰਮ ਇਹ ਹੈਗਾ। ਦੂਜਾ ਸਾਡਾ ਇਮਿਊਨ ਸਿਸਟਮ ਦਾ ਹਿੱਸਾ ਹੈਗਾ ਵੀ ਬਾਡੀ ਦਾ ਜਿੱਦਾਂ ਅੰਦਰ ਡਿਫੈਂਸ ਸਿਸਟਮ ਆ ਉਹਦਾ ਇਹ ਪਾਰਟ ਹੈਗਾ। ਸੋ ਸਾਡੇ ਜਿਹੜੇ ਕਰੋਨਿਕ ਇਨਫੈਕਸ਼ਨ ਹੈਗੇ ਖਾਸ ਕਰਕੇ ਵਾਇਰਸ ਦੇ ਉਹਦੇ ਅਗੇਂਸਟ ਲਿੰਫੋਸਾਈਟਸ ਈਵਨ ਕੈਂਸਰ ਫਾਈਟਿੰਗ ਸੈਲਸ ਤੇ ਹਾਰਟ ਅਟੈਕ ਨੂੰ ਪ੍ਰੀਵੈਂਟ ਕਰਨ ਵਾਲੇ ਸੈਲਸ ਵੀ ਸਪਲੀਨ ਬਣਾਉਂਦੀ ਆ। ਸੋ ਇਹ ਇਮਿਊਨ ਸਿਸਟਮ ਦਾ ਬਹੁਤ ਤਗੜਾ ਮਤਲਬ ਹਿੱਸਾ ਹੈਗਾ। ਤੀਜਾ ਇਹਦੇ ਵਿੱਚ ਕਰੀਬਨ 1 ਕੱਪ ਜਿੰਨਾ ਲਹੂ ਵੀ ਸਟੋਰਡ ਹੈ ਜਸਟ ਇਨ ਕੇਸ ਤੁਹਾਡੀ ਬੋਡੀ 'ਚ ਕੋਈ ਪ੍ਰੋਬਲਮ ਪੈ ਗਈ ਤੇ ਰੈਪਿਡਲੀ ਲਹੂ ਤੁਹਾਡੀ ਬੋਡੀ 'ਚ ਰਿਲੀਜ਼ ਕਰਦੀ ਵੀ ਤੁਸੀਂ ਸ਼ੌਕ 'ਚ ਨਾ ਜਾਓ।
ਸੋ ਇਹ ਤਿੰਨ ਚੀਜ਼ਾਂ ਇਹਦੀਆਂ ਵਾਈਟਲ ਹੈਗੀਆਂ ਸਪਲੀਨ ਦੀਆਂ। ਹੁਣ ਬਹੁਤਾ ਕਰਕੇ ਸਪਲੀਨ ਜਦੋਂ ਐਨਲਾਰਜ ਹੋ ਗਈ, ਵੱਡੀ ਹੋ ਗਈ, ਉਹ ਪੇਸ਼ੈਂਟ ਨੂੰ ਔਰ ਖਾਸ ਕਰਕੇ ਬੱਚਿਆਂ ਨੂੰ ਇੰਨੇ ਜ਼ਿਆਦਾ ਸਿੰਪਟਮਸ ਨਹੀਂ ਹੁੰਦੇ, ਔਰ ਬਹੁਤਾ ਕਰਕੇ ਬੱਚਿਆਂ ਦੇ ਵਿੱਚ ਅਸੀਂ ਦੇਖਦੇ ਹਾਂ ਵਾਇਰਸ ਇਨਫੈਕਸ਼ਨ ਹੋਇਆ, ਖਾਸ ਕਰਕੇ ਮੋਨੋ ਜਿਹਨੂੰ ਕਹਿੰਦੇ ਆ, ਉਹ ਐਪਸਟਿਨ ਬਾਰ ਵਾਇਰਸ ਹੁੰਦਾ, ਜਿੱਦਾਂ ਕੋਵਿਡ ਦਾ ਵਾਇਰਸ ਹੈ, ਫਲੂ ਦਾ ਵਾਇਰਸ ਹੈ, ਉਹਨੂੰ EBV ਕਹਿੰਦੇ ਆ। ਇਹਦੇ ਕਰਕੇ ਮੋਸਟਲੀ ਅਮਰੀਕਾ ਕੈਨੇਡਾ 'ਚ ਅਸੀਂ ਦੇਖਦੇ ਹਾਂ। ਲੇਕਿਨ ਕੋਈ ਵੀ ਇਨਫੈਕਸ਼ਨ ਤੋਂ ਸਪਲੀਨ ਵੱਡੀ ਹੋ ਸਕਦੀ, ਜਿੱਦਾਂ ਸਾਡੇ ਲਿੰਫ ਨੋਡ ਵੱਡੇ ਹੋ ਸਕਦੇ ਆ, ਸਪਲੀਨ ਵੱਡੀ ਹੋ ਸਕਦੀ ਆ, ਜਿਗਰ ਵੀ ਵੱਡਾ ਹੋ ਸਕਦਾ। ਕਈ ਵਾਰ ਜਮਾਂਦਰੂ ਸਪਲੀਨ ਔਰ ਲਿਵਰ ਵੱਡੇ ਹੁੰਦੇ ਆ, ਔਰ ਜਮਾਂਦਰੂ ਕੋਈ ਇਨਫੈਕਸ਼ਨ ਹੋ ਜਾਂਦਾ ਬੱਚੇ ਨੂੰ। ਅਤੇ ਦੂਜਾ ਹੈਗਾ ਵੀ ਇਹਨੂੰ ਸੱਟ ਲੱਗ ਜਾਏ ਅਤੇ ਇਹਦੇ ਵਿੱਚ ਖੂਨ ਜਿਹੜਾ ਹੈਗਾ ਇਕੱਠਾ ਹੋਣਾ ਸ਼ੁਰੂ ਹੋ ਜਾਏ, ਉਦੋਂ ਦੁਖਦੀ ਬਹੁਤ ਹੈਗੀ ਆ ਸਪਲੀਨ। ਹਾਂ, ਜਿੱਦਾਂ ਹੁਣ ਆਪਾਂ ਕਾਰ ਚਲਾ ਰਹੇ ਹਾਂ, ਸਾਨੂੰ ਗੁੱਝੀ ਸੱਟ ਵੱਜ ਗਈ, ਕਈ ਵਾਰ ਸਪਲੀਨ ਰਪਚਰ ਹੋ ਜਾਂਦੀ ਆ, ਅਤੇ ਉਹਦੇ ਵਿੱਚ ਕਿਉਂਕਿ ਆਲਰੇਡੀ ਬਲੱਡ ਪਿਆ, ਹੋਰ ਬਲੱਡ ਜਿਹੜਾ ਹੈਗਾ ਉਹਦੇ ਵਿੱਚ ਇਕੱਠਾ ਹੋ ਕੇ ਹੁੰਦਾ। ਹੁਣ ਇੱਕ ਕੰਡੀਸ਼ਨ ਹੁੰਦੀ ਆ ਜਿਹਦੇ ਵਿੱਚ ਅਸੀਂ ਕਹਿੰਦੇ ਹੀਮੋਲਿਟਿਕ ਅਨੀਮੀਆ। ਰੈੱਡ ਸੈੱਲ ਜਿਹੜੇ ਹੈਗੇ ਆ ਉਹ ਟਾਈਮ ਤੋਂ ਪਹਿਲਾਂ ਟੁੱਟਣੇ ਸ਼ੁਰੂ ਹੋ ਜਾਂਦੇ, ਧੜਾ ਧੜ। ਉਹਦੀ ਮੈਂਬਰੇਨ ਦੀ ਪ੍ਰੋਬਲਮ ਆ, ਜਿੱਦਾਂ PK ਡੈਫੀਸ਼ੀਐਂਸੀ, G6PD ਡੈਫੀਸ਼ੀਐਂਸੀ, ਜਾਂ ਸਪੈਰੋਸਾਈਟਸ ਬਣੇ ਹੁੰਦੇ, ਉਹਦਾ ਆਕਾਰ ਠੀਕ ਨਹੀਂ, ਜਾਂ ਸਿਕਲ ਸੈੱਲ ਅਨੀਮੀਆ, ਜਿਹੜਾ ਦਾਤਰੀ ਵਾਂਗਰ ਉਹਦੇ ਬਣੇ ਹੁੰਦੇ। ਨਾਰਮਲੀ ਰੈੱਡ ਸੈੱਲ ਹੁੰਦਾ ਗੋਲ, ਜਿਹੜਾ ਦਾਤਰੀ ਉਹਨੂੰ ਸਿਕਲ, ਨਾ ਹੀ ਉਹਦਾ ਸਿਕਲ ਸੈੱਲ ਪਾਤਾ। ਜਾਂ ਫਿਰ ਥੈਲੇਸੀਮੀਆ, ਉਹਦੇ ਵਿੱਚ ਰੈੱਡ ਸੈੱਲ ਜ਼ਿਆਦਾ ਬ੍ਰੇਕਡਾਊਨ ਹੁੰਦੇ ਅਤੇ ਸਪਲੀਨ ਨੂੰ ਫਿਰ ਓਵਰਕਮ ਕਰਨਾ ਪੈਂਦਾ। ਜਦੋਂ ਓਵਰਕਮ ਕਰਨਾ ਪੈਂਦਾ ਫਿਰ ਸੋਚਦੀ ਜਾਂਦੀ। ਜਦੋਂ ਸੋਚਦੀ ਫਿਰ ਉਹ ਪੇਨ ਕਰਦੀ ਆ। ਦੂਜਾ ਉਹ ਮੈਦੇ ਦੇ ਉੱਤੇ ਪ੍ਰੈਸ ਕਰਦੀ ਆ, ਫਿਰ ਲੋਕਾਂ ਨੂੰ ਖਾਣੇ 'ਚ ਪ੍ਰੋਬਲਮ ਪੈਂਦੀ ਆ, ਉਦੋਂ ਫਿਰ ਸਾਨੂੰ ਕੱਢਣੀ ਪੈਂਦੀ ਆ। ਔਰ ਮੈਨੂੰ ਚੇਤਾ ਹੈਗਾ, ਇੱਕ ਕੁੜੀ ਸੀ ਚਿਲਡਰਨਸ ਹੌਸਪੀਟਲ ਜਦੋਂ ਮੈਂ ਟ੍ਰੇਨਿੰਗ ਕਰਦਾ ਸੀ, ਉਹ ਫੈਮਿਲੀ ਕਹਿੰਦੇ ਅਸੀਂ ਸਰਜਰੀ ਨਹੀਂ ਕਰਾਉਣੀ, ਨਾ ਲੈਪਰੋਸਕੋਪੀ ਨਾ ਦੂਜੀ। ਫਿਰ ਅਸੀਂ ਉਹਨੂੰ ਕੈਮੀਕਲ ਐਂਬੂਲੈਂਸ, ਜਿਹੜੀ ਉਹਦੀ ਆਰਟਰੀ ਆ, ਉਹਦੇ ਸਾਡੇ ਪ੍ਰੋਫੈਸਰ ਨੇ ਨਾ ਇੱਕ ਐਂਬੂਲੈਂਸ ਪਾ ਕੇ ਉਹਦੀ ਆਰਟਰੀ ਨੂੰ ਬਲੌਕ ਕਰਤਾ ਸੀ, ਤਾਂ ਕਿ ਸਪਲੀਨ ਜਿਹੜੀ ਹੈਗੀ ਆ ਉਹਨੂੰ ਸਰਕੂਲੇਸ਼ਨ ਨਾ ਮਿਲੇ ਅਤੇ ਉਹ ਆਪੇ ਹੀ ਉਹ ਖਤਮ ਹੋ ਜਾਏ। ਲੇਕਿਨ ਉਹਨੂੰ ਫਿਰ ਮੋਰਫਿਨ ਦੇਣਾ ਪਿਆ, ਕਿਉਂਕਿ ਪੇਨ ਬਹੁਤ ਹੋ ਗਈ। ਜਿੱਦਾਂ ਹੁਣ ਤੁਹਾਡੀ ਇੱਥੇ ਉਂਗਲ ਮੈਂ ਬੰਦ ਹੋਵਾਂ, ਉਹਦੇ ਬਾਅਦ ਦਰਦ ਤਾਂ ਹੋਊਗੀ, ਕਿਉਂਕਿ ਸਰਕੂਲੇਸ਼ਨ ਤਾਂ ਕੱਟ ਆਫ ਹੋ ਗਿਆ। ਸੋ ਇਹ ਕੁਛ ਇੱਕ ਰੀਜ਼ਨ ਹੁੰਦੇ ਸਪਲੀਨ ਕੱਢਣ ਦੇ, ਬਟ ਬਹੁਤਾ ਕਰਕੇ ਅਸੀਂ ਸਪਲੀਨ ਨਹੀਂ ਕੱਢਦੇ, ਕਿਉਂਕਿ ਵਾਈਟਲ ਆਰਗਨ ਜਿਨ੍ਹਾਂ ਦੇ ਕੱਢ ਵੀ ਦਿੰਦੇ ਆ ਤਾਂ ਕੋਈ ਫਰਕ ਨਹੀਂ ਪੈਂਦਾ ਇਵੈਂਚੁਅਲੀ। ਨਹੀਂ ਪ੍ਰੋਬਲਮ। ਵਰਲਡ ਵਾਰ 2 'ਚ ਨਾ ਬਹੁਤ ਵੈਟਰਨਸ ਦੀ ਜਿਹੜੀ ਹੈਗੀ ਸਪਲੀਨ ਕੱਢਣੀ ਪਈ, ਕਿਉਂਕਿ ਗੋਲੀ ਵੱਜ ਗਈ, ਸੱਟ ਉਹਨਾਂ ਨੇ ਦੇਖਿਆ ਵੀ ਉਹਦੇ ਵਿੱਚ 26% ਜਿਹੜੇ ਵੈਟਰਨ ਜਿਨ੍ਹਾਂ ਸਪਲੀਨ ਕੱਢੀ ਸੀ, ਉਹਨਾਂ ਦੀ ਡੈਥ ਨਿਮੋਨੀਆ ਕਰਕੇ ਹੋਈ, 14% ਦੀ ਹਾਰਟ ਅਟੈਕ ਕਰਕੇ ਹੋਈ। ਇਮਿਊਨ ਸਿਸਟਮ। ਸੋ ਜਿਹੜਾ ਸਾਡਾ ਇਮਿਊਨ ਸਿਸਟਮ ਹੈਗਾ, ਜਿੱਦਾਂ ਡਿਪਲੋਕੋਕਸ, ਜਿੱਦਾਂ ਨਿਊਮੋਕੋਕਸ ਜਿੱਦਾਂ ਨਿਮੋਨੀਆ ਹੁੰਦਾ, ਮੈਨਿੰਗੋਕੋਕਸ ਜਿੱਦਾਂ ਮੈਨੇਂਜਾਈਟਿਸ ਹੁੰਦੀ ਆ, ਉਹਦੇ ਵਿੱਚ ਨਾ ਬੈਕਟੀਰੀਆ ਦੇ ਉੱਤੇ ਕਵਰਿੰਗ ਹੁੰਦੀ ਆ। ਉਹਨੂੰ ਅਗਰ ਬੈਕਟੀਰੀਆ ਨੂੰ ਕਿਲ ਕਰਨਾ ਤੇ ਸਪਲੀਨ ਤੋਂ ਸਪੈਸ਼ਲ ਐਂਟੀਬਾਡੀਜ਼ ਹੁੰਦੀਆਂ ਉਹਨੂੰ ਕਿਲ ਕਰਦੀਆਂ, ਤੇ ਸਪਲੀਨ ਨਹੀਂ ਹੈਗੀ ਤੇ ਉਹ ਜਿਹੜਾ ਬੈਕਟੀਰੀਆ ਬਹੁਤ ਛੇਤੀ ਇਨਫੈਕਸ਼ਨ ਕਰ ਸਕਦਾ। ਇਸ ਲਈ ਉਹਨੂੰ ਵੈਕਸੀਨੇਸ਼ਨ ਬਹੁਤ ਇੰਪੋਰਟੈਂਟ। ਬੈਟਰ ਬਣਾਉਣ ਲਈ, ਸਟਰੈਂਥਨ ਕਰਨ ਲਈ ਕੀ ਖਾਣਾ ਚਾਹੀਦਾ, ਕੀ ਕਰਨਾ ਚਾਹੀਦਾ? ਰੈਗੂਲਰ ਜਿਹੜਾ ਸਾਡਾ ਫੂਡ ਹੈਗਾ, ਕਿਉਂਕਿ ਮਹਾਰਾਜ ਨੇ ਤਾਂ ਉੱਥੇ ਜਿਹੜਾ ਇਮਿਊਨ ਸਿਸਟਮ ਸਾਡਾ ਫਿੱਟ ਕੀਤਾ ਹੈ ਨਾ। ਸੋ ਅਗਰ ਆਪਾਂ 7 ਕਲਰ ਵਾਲੇ ਖਾਣੇ ਖਾਵਾਂਗੇ ਜਿਹੜੇ ਜ਼ਮੀਨਾਂ ਤੋਂ ਉੱਗਦੇ, ਉਹ ਠੀਕ ਰਹੇਗੀ। ਸਪਲੀਨ ਇਨਹੈਰੈਂਟਲੀ ਠੀਕ ਰਹਿੰਦੀ ਆ। ਖਾਲੀ ਇਹੀ ਹੈ ਵੀ ਜਦੋਂ ਵੱਡੀ ਹੁੰਦੀ ਹੈ, ਉਹਦੇ ਵੱਖ-ਵੱਖ ਕਾਰਨ ਜਿਹੜੇ ਮੈਂ ਦੱਸੇ ਸੀ। ਹਾਂ, ਅਗਰ ਰੇਅਰਲੀ ਕੱਢਣੀ ਪੈਂਦੀ ਹੈ ਤਾਂ ਫਿਰ ਤੁਹਾਡੇ ਨਿਊਮੋਕੋਕਸ, ਮੈਨਿੰਗੋਕੋਕਲ ਟੀਕੇ ਜਿਹੜੇ ਹੈਗੇ ਪੂਰੇ ਹੋਣੇ ਚਾਹੀਦੇ ਆ, ਇਹ ਵਾਚ ਕਰਨਾ ਚਾਹੀਦਾ। ਔਰ ਸਪਲੀਨ ਜਿਹੜਾ ਹੈਗਾ ਬੜਾ ਵਾਈਟਲ ਆਰਗਨ ਹੈਗਾ ਬਾਡੀ ਦਾ, ਜਿਹੜਾ ਵੀ ਆਰਗਨ ਹੈਗਾ ਉਹਦੀ ਆਪਣੀ ਵਾਈਟਲਿਟੀ ਹੈਗੀ, ਅਹਿਮੀਅਤ ਹੈਗੀ। ਬਿਲਕੁਲ ਡਾਕਟਰ ਸਾਹਿਬ, ਬੜੀ ਮਿਹਰਬਾਨੀ ਤੁਹਾਡੀ, ਥੈਂਕ ਯੂ। ਬਹੁਤ ਬਹੁਤ ਧੰਨਵਾਦ। ਫਿਰ ਮਿਲਾਂਗੇ। ਖੁਸ਼ ਰਹੋ, ਆਬਾਦ ਰਹੋ, ਹੱਸਦੇ ਰਹੋ, ਵਸਦੇ ਰਹੋ। ਥੈਂਕ ਯੂ ਜੀ।